ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ। ਮੈਂ ਹਾਂ ਨਵਜੀਤ। ਖਬਰਾਂ ਤੇ ਹਰ ਰੋਜ਼ ਤਰ੍ਹਾਂ ਖਬਰਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ ਪੰਨੂ ਸਾਹਿਬ। ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿੱਚ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਪਹਿਲਾਂ ਵੀ ਕਈ ਘਟਨਾਵਾਂ ਸਾਹਮਣੇ ਆਈਆਂ, ਕਮੇਟੀਆਂ ਬਣਾ ਦਿੱਤੀਆਂ ਜਾਂਦੀਆਂ। ਇਹ ਘਟਨਾ ਦੀਆਂ ਤਾਰਾਂ ਕਿੱਧਰ ਜੁੜਦੀਆਂ? ਨਵਜੀਤ ਜੀ, ਅਸੀਂ ਕੱਲ੍ਹ ਇੱਕ ਘਟਨਾ ਜਿਹੜੀ ਇਹਦੀ ਚਰਚਾ ਕਰਨੀ ਚਾਹੁੰਦੇ ਸਾਂ ਜੀ। ਉਦੋਂ ਤੱਕ ਵੇਰਵੇ ਕਾਫੀ ਹੱਦ ਤੱਕ ਆ ਚੁੱਕੇ ਸੀ, ਪਰ ਸਾਰੇ ਨਹੀਂ ਸੀ ਆਏ। ਦੋਸ਼ ਲੱਗਦੇ ਪਏ ਸੀ ਕਿ ਉਸ ਬੰਦੇ ਨੇ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਖਾਲਸੇ ਦਾ ਜਨਮ ਸਥਾਨ ਹੈ ਗੁਰਦੁਆਰਾ ਕੇਸਗੜ੍ਹ ਸਾਹਿਬ, ਉੱਥੇ ਬਹੁਤ ਵੱਡੀ ਬੇਅਦਬੀ ਕੀਤੀ ਹੈ, ਬੇਹੁਰਮਤੀ ਕੀਤੀ ਹੈ, ਇੱਕ ਕਿਸਮ ਦੀ ਸਿੱਧੀ ਜ਼ਿਆਦਤੀ ਕੀਤੀ ਹੈ। ਕਾਨੂੰਨੀ ਤੌਰ 'ਤੇ ਵੀ ਧਾਰਮਿਕ ਤੌਰ ਦੇ ਉੱਤੇ ਵੀ ਉਹ ਬੰਦਾ ਦੋਸ਼ੀ ਨਿਕਲਦਾ ਜੀ। ਪਰ ਅਸੀਂ ਇਹਦੀ ਚਰਚਾ ਜਾਣ ਬੁੱਝ ਕੇ ਨਹੀਂ ਸੀ ਕੀਤੀ। ਜਾਣ ਬੁੱਝ ਕੇ ਨਾ ਕਰਨ ਦਾ ਕਾਰਨ ਇਹ ਨਹੀਂ ਕਿ ਸਾਨੂੰ ਇਹ 'ਚ ਕੋਈ ਝਿਜਕ ਸੀ। ਉਸ ਵਕਤ ਤੱਕ ਇਹ ਖਬਰ ਸਾਡੇ ਕੋਲ ਆ ਚੁੱਕੀ ਸੀ ਇੱਕ ਸਾਈਟ ਦੇ ਉੱਤੇ ਆ ਸੀ, ਜਿਹਦੇ ਵਿੱਚ ਬੜਾ ਸਾਫ਼ ਲਫ਼ਜ਼ਾਂ 'ਚ ਲਿਖਿਆ ਗਿਆ ਸੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਘਟਨਾ ਤੇ ਨਾ ਕੀਤੀ ਜਾਵੇ ਸਿਆਸਤ। ਥੱਲੇ ਲਿਖਿਆ ਸੀ, ਸ੍ਰੀ ਅਨੰਦਪੁਰ ਸਾਹਿਬ ਖਾਲਸੇ ਦੇ ਪਾਵਨ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੋਮਵਾਰ ਨੂੰ ਵਾਪਰੀ ਅਤਿ ਮੰਦਭਾਗੀ ਘਟਨਾ ਤੇ ਹਰ ਗੁਰੂ ਨਾਨਕ ਨਾਮ ਲੇਵਾ ਨੂੰ ਗਹਿਰਾ ਦੁੱਖ ਪਹੁੰਚਿਆ। ਅਸੀਂ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਸਮੇਤ ਹਰ ਪਹਿਲੂ ਤੇ ਗੌਰ ਕਰ ਰਹੇ ਹਾਂ, ਪਰ ਅਸੀਂ ਨਾਲ ਹੀ ਇਹ ਅਪੀਲ ਵੀ ਕਰਨੀ ਚਾਹੁੰਦੇ ਹਾਂ ਕਿ ਇਸ ਘਟਨਾ ਤੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਾ ਕੀਤੀ ਜਾਵੇ। ਇਹ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੇ ਮੈਂਬਰ ਅਜਮੇਰ ਸਿੰਘ ਖੇੜਾ ਨੇ ਪੱਤਰਕਾਰ ਸੰਮੇਲਨ ਦੌਰਾਨ ਕਹੀ। ਇਸ ਸਮੇਂ ਉਹਨਾਂ ਦੇ ਨਾਲ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਐਡੀਸ਼ਨਲ ਸੈਕਟਰੀ ਸੁਖਮਿੰਦਰ ਸਿੰਘ, ਸੁਰਿੰਦਰ ਸਿੰਘ ਮੈਨੇਜਰ, ਇਹ ਸਾਰੇ ਲੋਕ ਹਾਜ਼ਰ ਸਨ। ਜਦੋਂ ਇੰਨੇ ਲੋਕ ਕਹਿੰਦੇ ਪਏ ਸੀ ਕਿ ਇਹਦੇ ਉੱਤੇ ਕੋਈ ਸਿਆਸਤ ਨਾ ਕੀਤੀ ਜਾਵੇ ਜੀ, ਇਹਦੀ ਚਰਚਾ ਨਾ ਕੀਤੀ ਜਾਵੇ, ਅਸੀਂ ਚਰਚਾ ਕੱਲ੍ਹ ਕਰਦੇ, ਇਹ ਲੱਗਣਾ ਸੀ ਕਿ ਅਸੀਂ ਇਸ ਮੁੱਦੇ ਨੂੰ ਉਛਾਲ ਰਹੇ ਹਾਂ, ਤੇ ਅਸੀਂ ਨਹੀਂ ਸੀ ਉਛਲਣਾ ਚਾਹੁੰਦੇ। ਹੁਣ ਉਹੀ ਲੋਕ ਨੇ, ਕੱਲ੍ਹ ਸਵੇਰ ਤੱਕ ਇਹ ਗੱਲ ਚਰਚਾ 'ਚ ਆ ਚੁੱਕੀ ਸੀ ਕਿ ਜਿਹੜਾ ਦੋਸ਼ੀ ਹੈ ਉਹਦਾ ਪਰਿਵਾਰ ਸੱਚੇ ਸੌਦੇ ਵਾਲਿਆਂ ਨਾਲ ਸੰਬੰਧ ਰੱਖਦਾ ਜੀ। ਇਹ ਗੱਲ ਆਉਣ ਤੋਂ ਬਾਅਦ ਇਹਨਾਂ ਪ੍ਰਬੰਧਕਾਂ ਨੇ ਇਹ ਕਿਉਂ ਆਖਿਆ ਕਿ ਇਸ ਮੁੱਦੇ 'ਤੇ ਸਿਆਸਤ ਨਾ ਕੀਤੀ ਜਾਵੇ? ਫਿਰ ਬਿਆਨ ਆਇਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ, ਕਾਰਜਕਾਰੀ ਜਥੇਦਾਰ ਦਾ ਜੀ। ਫਿਰ ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਦਾ, ਜਿਨ੍ਹਾਂ ਨੇ ਆਖਿਆ ਕਿ ਇਸ ਦੋਸ਼ੀ ਦਾ ਬਾਪ ਸੱਚੇ ਸੌਦੇ ਵਾਲਿਆਂ ਦੀ ਸਿਰਸੇ ਵਾਲੇ 7 ਮੈਂਬਰੀ ਕਮੇਟੀ ਦਾ ਮੈਂਬਰ ਹੈ। ਤੇ ਜੀ ਇੱਥੋਂ ਤੱਕ ਮੁੜ ਕੇ ਪੁਲਿਸ ਦਾ ਬਿਆਨ ਵੀ ਆ ਗਿਆ ਕਿ ਇਸ ਬੰਦੇ ਦੇ ਉੱਤੇ ਅੱਗੇ ਵੀ ਪਰਚੇ ਹੋਏ ਆ। ਇੱਕ ਨਿਹੰਗ ਸਿੰਘ ਹੈ, ਬਾਣੇ ਤੋਂ ਲੱਗਦਾ, ਅੰਮ੍ਰਿਤਧਾਰੀ ਸਿੱਖ ਹੈ, ਉਹ ਇਹ ਕਹਿ ਰਿਹਾ ਕਿ ਇਸ ਬੰਦੇ ਦੀ ਗੱਡੀ ਪਾਰਕਿੰਗ ਵਿੱਚ ਸੀ, ਗੱਡੀ ਦੇ ਵਿੱਚ ਚਾਬੀ ਇੱਦਾਂ ਲੱਗੀ ਹੋਈ ਸੀ ਕਿ ਜੇ ਲੋੜ ਪਵੇ ਤੇ ਭੱਜਣਾ ਤੇ ਫਟਾਫਟ ਸਟਾਰਟ ਕਰਕੇ ਭੱਜ ਗਏ। ਇੱਦਾਂ ਜਦੋਂ ਗੱਡੀ ਪਾਰਕਿੰਗ 'ਚ ਖੜੀ ਹੋਵੇ, ਕੋਈ ਬੰਦਾ ਚਾਬੀ ਛੱਡ ਕੇ ਨਹੀਂ ਆਉਂਦਾ, ਕਿਉਂਕਿ ਅੱਜ ਕੱਲ੍ਹ ਗੱਡੀਆਂ ਇੱਦਾਂ ਦੀਆਂ ਕਿ ਆਟੋਮੈਟਿਕਲੀ ਬੰਦ ਹੋ ਜਾਂਦੀਆਂ। ਜੇ ਲੌਕ ਲੱਗ ਜਾਵੇ ਤੇ ਮੁੜ ਕੇ ਗੱਡੀ ਖੋਲ੍ਹਣੀ ਕਿੱਦਾਂ ਜੀ? ਇਹਦਾ ਮਤਲਬ ਉਹਦੇ ਨਾਲ ਇੱਕ ਬੰਦਾ ਹੋਰ ਸੀ ਜਿਹੜਾ ਵਿੱਚ ਸੀ ਤੇ ਇਹਦੇ ਫੜੇ ਜਾਣ ਤੋਂ ਬਾਅਦ ਭੱਜ ਗਿਆ। ਇਹ ਸਾਰੀਆਂ ਗੱਲਾਂ ਅੱਜ ਸਾਹਮਣੇ ਆਉਂਦੀਆਂ ਪਈਆਂ। ਬੇਅਦਬੀ ਦੀ ਘਟਨਾ ਮਾੜੀ ਹੈ, ਮਾੜੀ ਨੀਤ ਨਾਲ ਕੀਤੀ ਗਈ ਜਾਪਦੀ ਹੈ, ਜਾਣ ਬੁੱਝ ਕੇ ਪਹਿਲਾਂ ਹੀ ਵਿਗੜੇ ਹੋਏ ਹਾਲਾਤ ਨੂੰ ਹੋਰ ਵਿਗਾੜਨ ਦਾ ਯਤਨ ਹੈ। ਪਰ ਸਾਨੂੰ ਹੈਰਾਨੀ ਇਹ ਹੈ ਕਿ ਜੇ ਇਹ ਗੱਲ ਸੀ ਤੇ ਸ਼੍ਰੋਮਣੀ ਕਮੇਟੀ ਦੇ ਇਹਨਾਂ ਸੀਨੀਅਰ ਮੈਂਬਰਾਂ ਨੇ ਇਹ ਕਿਉਂ ਆਖਿਆ ਕਿ ਇਸ ਮੁੱਦੇ 'ਤੇ ਸਿਆਸਤ ਨਾ ਕੀਤੀ ਜਾਵੇ? ਜੀ। ਇਹ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਬੰਦਿਆਂ ਨੂੰ ਵੀ ਪੁੱਛਣਾ ਚਾਹੀਦਾ। ਗੁਰੂ ਘਰ ਦੇ 2 ਮੈਨੇਜਰ ਪੱਧਰ ਦੇ 2-3 ਜਣੇ ਵੀ ਵਿੱਚ ਨਾਲ ਬੈਠੇ ਆ ਜੀ, ਉਹਨਾਂ ਨੇ ਇਹ ਗੱਲ ਕਿਉਂ ਆਖੀ ਕਿ ਇਹਦੇ ਉੱਤੇ ਸਿਆਸਤ ਨਾ ਕੀਤੀ ਜਾਵੇ, ਇਹਨੂੰ ਮੁੱਦੇ ਨੂੰ ਨਾ ਉਛਾਲਿਆ ਜਾਵੇ? ਹੁਣ ਜੋ ਵੀ ਹੋਇਆ ਮਾੜਾ, ਇਹ 'ਚ ਚੰਗੀ ਗੱਲ ਸਿਰਫ ਇੰਨੀ ਹੈ ਕਿ ਉਹ ਬੰਦਾ ਬੇਅਦਬੀ ਕਰਨ ਤੋਂ ਬਾਅਦ ਜਦੋਂ ਭੱਜਣ ਲੱਗਾ ਤੇ ਅੰਦਰ ਜਿਹੜੇ ਡਿਊਟੀ ਵਾਲੇ ਸੇਵਾਦਾਰ ਸੀ ਉਹਨਾਂ ਨੇ ਪੂਰਾ ਫਰਜ਼ ਨਿਭਾਇਆ ਤੇ ਭੱਜਣ ਨਹੀਂ ਦਿੱਤਾ, ਨਹੀਂ ਤੇ 100 ਕਿਸਮ ਦੀਆਂ ਗੱਲਾਂ ਚੱਲਣੀਆਂ ਸੀ ਜੀ। ਤੇ ਜਦੋਂ ਉਹਨਾਂ ਫੜ ਕੇ ਪੁਲਿਸ ਨੂੰ ਦਿੱਤਾ
ਤੇ ਇਹ ਸਾਰੇ ਕਹਿੰਦੇ ਆ ਕਿ ਪੁਲਿਸ ਤੇ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਤੇ ਪ੍ਰਬੰਧਕ ਮਿਲ ਕੇ ਪੜਤਾਲ ਕਰ ਰਹੇ। ਜੇ ਮਿਲ ਕੇ ਪੜਤਾਲ ਕਰ ਰਹੇ ਆ, ਚਲੋ ਆਪੇ ਤਹਿ ਤੱਕ ਚੱਲ ਜਾਣਗੇ। ਅੱਗੇ ਤੋਂ ਇਹੋ ਜਿਹੀਆਂ ਘਟਨਾਵਾਂ ਜਿੱਥੇ ਵੀ ਪਹਿਲੀ ਗੱਲ ਤਾਂ ਕਦੇ ਵਾਪਰਨੀਆਂ ਨਹੀਂ ਚਾਹੀਦੀਆਂ, ਪਰ ਜੇ ਕਿਤੇ ਕੋਈ ਇਹੋ ਜਿਹਾ ਚੁੱਪ-ਚਪੀਤਾ ਆ ਕੇ ਕੁਝ ਕਰ ਜਾਂਦਾ, ਉਹੋ ਜਿਹੇ ਹਾਲਾਤ ਵਿੱਚ ਪ੍ਰਬੰਧਕਾਂ ਵੱਲੋਂ, ਪ੍ਰਸ਼ਾਸਨ, ਪੁਲਿਸ ਵੱਲੋਂ ਕਿਸੇ ਕਿਸਮ ਦੀ ਕੋਈ ਕਮਜ਼ੋਰੀ ਰਹਿਣੀ ਨਹੀਂ ਚਾਹੀਦੀ। ਜਿਸ ਤਰ੍ਹਾਂ ਇਸ ਬੰਦੇ ਨੂੰ ਖੜੇ ਪੈਰ ਫੜ ਲਿਆ ਗਿਆ ਤੇ ਇਹਦੇ ਫੜੇ ਜਾਣ ਤੋਂ ਬਾਅਦ ਇਹ ਲਿੰਕ ਲੱਭ ਪਏ ਕਿ ਇਹਦਾ ਪਰਿਵਾਰ ਉਹਨਾਂ ਨਾਲ ਸੰਬੰਧਿਤ ਹੈ। ਜਾਂਚ ਵਿੱਚ ਚੌਕਸੀ ਵਿੱਚ ਢਿੱਲ ਨਹੀਂ ਰੱਖਣੀ ਚਾਹੀਦੀ ਤਾਂ ਕਿ ਇਹੋ ਜਿਹੀ ਘਟਨਾ ਮੁੜ ਕੇ ਨਾ ਵਾਪਰੇ। ਪਰ ਸਰ, ਜਥੇਦਾਰ ਹੋਣਾ ਦਾ ਤੁਸੀਂ ਜ਼ਿਕਰ ਕੀਤਾ ਹੈ, ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਇੰਗਲੈਂਡ ਦੇ ਦੌਰੇ ਤੇ ਗਏ ਆ, ਉੱਥੇ ਜਾ ਕੇ ਕੁਝ ਵਿਵਾਦਾਂ ਵਿੱਚ ਆ ਗਿਆ, ਵਿਵਾਦਾਂ ਨਾਲ ਪੁਰਾਣਾ ਵੀ ਸੰਬੰਧ ਰਿਹਾ, ਹੁਣ ਕੀ ਹੋ ਗਿਆ? ਦੇਖੋ, ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਵੇਲੇ ਗਏ ਨੇ ਉੱਥੇ ਇੰਗਲੈਂਡ 'ਚ ਜੀ। ਇੰਗਲੈਂਡ ਦੇ ਵਿੱਚ ਵੁਲਵਰਹੈਂਪਟਨ 'ਚ ਸਾਰਾਗੜ੍ਹੀ ਵਾਲੇ ਜਿਹੜੇ ਯੋਧੇ ਸਨ, ਜਿਨ੍ਹਾਂ ਇੱਕ ਲੜਾਈ ਲੜੀ ਸੀ, ਵਰਦੀ ਦੀ ਲਾਜ ਰੱਖਣ ਵਾਸਤੇ, ਜਿਹੜੀ ਲੜਨ ਤੋਂ ਪਹਿਲਾਂ ਅਰਦਾਸ ਕੀਤੀ ਸੀ, ਉਹਦੀ ਲਾਜ ਰੱਖਣ ਵਾਸਤੇ ਜੋ ਵੀ ਉਹ ਲੜੇ। ਦੁਨੀਆ ਦੀਆਂ ਗਿਣੀਆਂ ਚੁਣੀਆਂ ਲੜਾਈਆਂ 'ਚੋਂ ਤੇ ਬਹਾਦਰੀ ਦੇ ਦ੍ਰਿਸ਼ਟਾਂਤਾਂ 'ਚੋਂ ਇੱਕ ਸਾਰਾਗੜ੍ਹੀ ਆਉਂਦਾ ਜੀ। ਔਰ ਫਰਾਂਸ ਤੱਕ ਕਈਆਂ ਦੇਸ਼ਾਂ ਵਿੱਚ ਉਸ ਲੜਾਈ ਬਾਰੇ ਪੜ੍ਹਾਇਆ ਜਾਂਦਾ ਫੌਜੀਆਂ ਨੂੰ, ਜਿਹੜੇ ਅੱਗੋਂ ਜੰਗ ਵਿੱਚ ਜਾਣ ਵਾਲੇ ਆ, ਇਹ ਦੱਸਣ ਵਾਸਤੇ ਇੱਕ ਲੜਾਈ ਕਿੱਦਾਂ ਦੀ ਹੁੰਦੀ ਹੈ। ਇੱਕ ਪੱਖ ਇਹਦਾ ਇਹ ਆ। ਦੂਜਾ ਪੱਖ, ਕੁਝ ਲੋਕ ਕਹਿੰਦੇ ਜੀ ਉਹ ਕਿਹੜਾ ਦੇਸ਼ ਵਾਸਤੇ ਲੜੇ ਸੀ, ਉਹ ਤਾਂ ਬ੍ਰਿਟੇਨ ਵਾਸਤੇ ਲੜੇ ਸੀ। ਉਸ ਬ੍ਰਿਟੇਨ ਵਾਸਤੇ ਜਿਹਨੇ ਲਾਹੌਰ ਦਰਬਾਰ ਤੇ ਕਬਜ਼ਾ ਕੀਤਾ, ਕੋਹ-ਨੂਰ ਹੀਰਾ ਖੋਹ ਲਿਆ, ਮਹਾਰਾਜਾ ਦਲੀਪ ਸਿੰਘ ਨੂੰ ਲੈ ਕੇ ਜ਼ਿਆਦਤੀਆਂ ਕੀਤੀਆਂ। ਇੱਕ ਪੱਖ ਇਹ ਆ। ਇਹ ਦੋਵੇਂ ਪੱਖ ਆਮੋ ਸਾਹਮਣੇ ਬਹਿਸ ਚੱਲਣੀ ਚਾਹੀਦੀ ਆ। ਇਹਦੇ ਉੱਤੇ ਜੋ ਕੋਈ ਸਿੱਟਾ ਨਿਕਲੇ, ਇੱਕ ਵਾਰੀ ਫੈਸਲਾ ਨਹੀਂ ਹੁੰਦਾ, ਮੁੜ ਚਲਾ ਲਓ। ਹੁਣ ਨਵਾਂ ਪੱਖ ਉੱਥੇ ਇਹ ਆ, ਮੈਨੂੰ ਨਹੀਂ ਪਤਾ ਉਦਘਾਟਨ ਜਥੇਦਾਰ ਸਾਹਿਬ ਨੇ ਕੀਤਾ ਕਿ ਉੱਥੇ ਕਿਸੇ ਮੇਅਰ ਨੇ ਕੀਤਾ, ਪਰ ਉਹ ਜਿਹੜੇ ਯੋਧੇ ਸਨ ਸਾਰਾਗੜ੍ਹੀ ਵਾਲੇ, ਉਹਨਾਂ ਦੇ ਮੁਖੀ ਦਾ ਬੁੱਤ ਦਾ ਉਦਘਾਟਨ ਕੀਤਾ ਗਿਆ। ਉਹਦੇ ਨਾਲ ਇੱਕ ਨਵਾਂ ਵਿਵਾਦ ਛਿੜ ਗਿਆ ਜੀ। ਉਹ ਵਿਵਾਦ ਇਹ ਹੈ ਕਿ ਉਹਦਾ ਬੁੱਤ ਜਿਹੜਾ ਲਾਇਆ ਗਿਆ, ਉਹਦੇ ਬੁੱਤ ਦੇ ਹੇਠਾਂ ਜਿਹੜਾ ਥੜਾ ਹੈ, ਉਹ ਥੜੇ ਦੇ ਉੱਤੇ ਗੁਰਬਾਣੀ ਦੇ ਜਿਹੜਾ ਕੁਝ ਸ਼ਬਦ ਲਿਖੇ ਗਏ ਨੇ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ ਜੀ। ਇਹ ਲੈ ਗਏ। ਹੁਣ ਜਥੇਦਾਰ ਸਾਹਿਬ ਉੱਥੇ ਆ। ਬਹੁਤ ਸਾਰੇ ਲੋਕਾਂ ਨੇ ਇੱਥੇ ਇਤਰਾਜ਼ ਕੀਤਾ ਕਿ ਉਹ ਜਿੱਡਾ ਮਰਜ਼ੀ ਬੰਦਾ ਯੋਧਾ ਹੋਵੇ, ਜਿਹਦਾ ਬੁੱਤ ਲਾਇਆ, ਉਹਦੇ ਬੁੱਤ ਦੇ ਹੇਠਾਂ, ਉਹਦੇ ਪੈਰਾਂ ਤੋਂ ਵੀ ਹੇਠਾਂ ਕਰਕੇ ਇਹ ਗੁਰਬਾਣੀ ਦੇ ਇਹ ਤੁਕ ਕਿਉਂ ਲਿਖੀ ਗਈ, ਇਹ ਇੱਕ ਗੱਲ ਹੈ। ਇਸੇ ਨਾਲ ਸੰਬੰਧਿਤ ਦੂਸਰੀ ਤਸਵੀਰ ਵੀ ਮੇਰੇ ਕੋਲ ਹੈ। ਮੈਂ ਸਾਰੀਆਂ ਇਸੇ ਕਰਕੇ ਲੈ ਕੇ ਆਇਆ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗ ਜਾਵੇ। ਪਹਿਲੀ ਤਸਵੀਰ ਵਿੱਚ ਤਾਂ ਆਇਆ ਸੀਗਾ, ਹੁਣੇ ਜੀ ਵੇਖ ਕੇ ਹਟਿਆ। ਦੂਸਰੀ ਤਸਵੀਰ ਵਿੱਚ ਹੋਰ ਜ਼ਿਆਦਾ ਸਪਸ਼ਟ ਹੋ ਜਾਂਦਾ। ਜਥੇਦਾਰ ਸਾਹਿਬ ਉੱਥੇ ਖੜੇ ਨੇ ਸਾਹਮਣੇ, ਉਹਨਾਂ ਦੇ ਸਿਰ ਦੇ ਉੱਪਰ ਔਰ ਬੁੱਤ ਦੇ ਹੇਠਾਂ ਜੋ ਲਿਖਿਆ ਸਾਰੇ ਦਰਸ਼ਕ ਚੰਗੀ ਤਰ੍ਹਾਂ ਪੜ੍ਹ ਸਕਦੇ ਜੀ। ਜਥੇਦਾਰ ਸਾਹਿਬ ਨੇ ਜੇ ਉੱਥੇ ਜਾਣਾ ਸੀ, ਉਹਨਾਂ ਨੂੰ ਚਾਹੀਦਾ ਸੀ ਪਹਿਲਾਂ ਪ੍ਰਬੰਧਕਾਂ ਤੋਂ ਪੁੱਛ ਲੈਂਦੇ ਕਿ ਮੈਨੂੰ ਤੁਸੀਂ ਹੋਰ ਕੁਝ ਨਹੀਂ, ਉਹਦੀ ਇੱਕ ਤਸਵੀਰ ਹੀ ਵਿਖਾ ਦਿਓ, ਝਲਕੀ ਵਿਖਾ ਦਿਓ ਕਿ ਕਿਸ ਤਰ੍ਹਾਂ ਦਾ ਬਣਾਇਆ, ਕਿਤੇ ਕੱਲ ਨੂੰ ਕੋਈ ਵਾਦ ਵਿਵਾਦ ਤਾਂ ਨਹੀਂ ਛਿੜੂ ਜੀ। ਉਹਨਾਂ ਨਹੀਂ ਛਿੜਿਆ, ਪੁੱਛਿਆ ਨਹੀਂ। ਇਹਦੇ ਤੋਂ ਵੀ ਬਾਅਦ ਇੱਕ ਨਵਾਂ ਵਿਵਾਦ ਹੋਰ ਛਿੜ ਗਿਆ। ਉਹ ਇਹ ਆ ਕਿ ਇੰਗਲੈਂਡ ਦੀ ਇੱਕ ਏਜੰਸੀ ਆ ਸਰਕਾਰੀ, ਇੱਕ ਮਹਿਕਮਾ ਉਹਨਾਂ ਦਾ, ਐਕਰੋ ਕ੍ਰਿਮੀਨਲ ਰਿਕਾਰਡਸ ਆਫਿਸ, ਉਹਨਾਂ ਨੇ ਇੱਕ ਨੋਟਿਸ ਜਾਰੀ ਕੀਤਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ। ਨਾ ਉਹਦੇ 'ਚ ਅਕਾਲ ਤਖਤ ਸਾਹਿਬ ਦਾ ਜ਼ਿਕਰ ਆ, ਨਾ ਐਕਟਿੰਗ ਜਥੇਦਾਰ ਦਾ ਜ਼ਿਕਰ ਆ। ਉੱਥੇ ਇੰਡੀਵਿਜੂਅਲ ਇੱਕ ਵਿਅਕਤੀ ਗਿਆਨੀ ਹਰਪ੍ਰੀਤ ਸਿੰਘ ਦਾ ਜ਼ਿਕਰ ਹੈ ਤੇ ਚਿੱਠੀ ਲਿਖੀ ਉਹਨੇ ਵੁਲਵਰਹੈਂਪਟਨ ਦੇ ਗੁਰਦੁਆਰਾ ਸਾਹਿਬ ਨੂੰ। ਆ ਮੇਰੇ ਕੋਲ ਚਿੱਠੀ ਹੈ। ਇਹ ਚਿੱਠੀ ਦੇ ਵਿੱਚ ਲਿਖਿਆ ਕੀ ਆ? ਰਿਗਾਰਡਿੰਗ ਪੈਨਲਟੀ ਨੋਟਿਸ the health protection coronavirus restrictions all tires England regulations 2020 we have been made aware that an event held and or organized by your institution on 12th of September was attended by an individual
यानी एक व्यक्ति मिस्टर हरप्रीत सिंह, दिस इंडिविजुअल यानी ये व्यक्ति arrived in the UK from India within the last 5 days. We are aware that Mr. Singh was obliged under the coronavirus regulations to self-isolate for a minimum of 10 days. ਇਹਨੂੰ ਉੱਥੇ ਜਾ ਕੇ 10 ਦਿਨ ਸੈਲਫ ਆਈਸੋਲੇਟ ਯਾਨੀ ਕੁਆਰੰਟਾਈਨ ਹੋਣਾ ਚਾਹੀਦਾ ਸੀ। We have been unable to contact Mr. Singh ਯਾਨੀ ਹਰਪ੍ਰੀਤ ਸਿੰਘ ਨਾਲ ਸਾਡਾ ਸੰਪਰਕ ਨਹੀਂ ਹੋ ਰਿਹਾ since his arrival, ਜਦੋਂ ਦਾ ਉਹ ਆਇਆ। Please be advised not failure ਇੱਥੋਂ ਪੂਰਾ ਚੰਗੀ ਤਰ੍ਹਾਂ ਪੜ੍ਹਿਆ to adhere to the regulations in the serious offense is a serious offense ਅੱਗੇ ਫਿਰ punishable with fines of up to rupees pound British pound 10,000 10,000 ਜੁਰਮਾਨਾ ਬ੍ਰਿਟਿਸ਼ ਪਾਉਂਡ ਲੱਗ ਸਕਦਾ। ਜਿਹੜੇ 10,000 ਨੇ ਭਾਰਤੀ ਕਰੰਸੀ 'ਚ 10,15,400 ਰੁਪਏ ਅੱਜ ਦੀ ਤਰੀਕ 'ਚ ਬਣਦੇ। ਵੱਡੀ ਗੱਲ ਇਹ ਨਹੀਂ ਪੈਸੇ ਤੇ ਉਹਨਾਂ ਦੇ ਸਾਂਝ ਵਾਲੇ, ਉਹਨਾਂ ਦੇ ਸਮਰਥਕ, ਉਹਨਾਂ ਦੇ ਮਿੱਤਰ, ਕੁਝ ਉਹਨਾਂ ਦੇ ਪ੍ਰਸ਼ੰਸਕ, ਉਹਨਾਂ ਦੇ ਪੈਰੋਕਾਰ, ਉਹਨਾਂ ਦੇ ਸ਼ਰਧਾਲੂ ਜਾਂ ਉੱਥੋਂ ਦੀ ਗੁਰਦੁਆਰਾ ਕਮੇਟੀ ਵੀ ਭਰ ਸਕਦੀ ਹੈ। ਵੱਡੀ ਗੱਲ ਇਹ ਆ ਕਿ ਇਹ 'ਚ ਦੋਸ਼ ਲਾਇਆ ਗਿਆ ਕਿ ਉਹ ਬੰਦਾ ਇੱਥੇ ਆਇਆ, ਸਰਕਾਰ ਦੇ ਜਿਹੜੇ ਕਰੋਨਾ ਵਾਇਰਸ ਬਾਰੇ ਰੂਲਸ ਆ ਉਹਦੀ ਉਲੰਘਣਾ ਕੀਤੀ ਹੈ ਜੀ, ਆ ਕੇ ਫਿਰ ਅਜੇ ਤੱਕ ਸਾਨੂੰ ਲੱਭ ਨਹੀਂ ਰਿਹਾ ਕਿੱਥੇ ਹੈ ਉਹ। ਇਹ ਨਾਲ ਉਹਨਾਂ ਨੇ ਆਖਿਆ ਸੀਰੀਅਸ ਅਫੈਂਸ ਹੈ, ਗੰਭੀਰ ਜੁਰਮ ਹੈ ਜਿਹੜਾ ਉਹਨੇ ਕੀਤਾ। ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਇੱਥੇ ਤੇ ਜਦੋਂ ਗੱਲ ਚੱਲਦੀ ਸੀ ਗਿਆਨੀ ਹਰਪ੍ਰੀਤ ਸਿੰਘ ਇਹ ਵੀ ਕਹਿ ਦਿੰਦੇ ਸੀ ਇਹ ਕਰੋਨਾ ਵਾਇਰਸ ਤੋਂ ਡਰਨ ਦੀ ਲੋੜ ਨਹੀਂ, ਇਹ ਭਾਰਤ ਸਰਕਾਰ ਦਾ ਲਾਡਲਾ ਪੁੱਤ ਹੈ ਜੀ। ਇਹ ਗੱਲ ਉੱਥੇ ਆਖਣਗੇ ਬਰਤਾਨੀਆ ਵਾਲਿਆਂ ਨੂੰ, ਅੰਗਰੇਜ਼ਾਂ ਨੂੰ, ਕਿ ਤੇ ਤੁਹਾਡੀ ਵੀ ਸਰਕਾਰ ਦਾ ਲਾਡਲਾ ਪੁੱਤ ਹੈ। ਉੱਥੇ ਗੱਲ ਕਿਸੇ ਨਹੀਂ ਮੰਨਣੀ ਕਿਉਂਕਿ ਉਹ ਅਕਾਲ ਤਖਤ ਸਾਹਿਬ ਦਾ ਐਕਟਿੰਗ ਜਥੇਦਾਰ ਨਹੀਂ, ਐਨ ਇੰਡੀਵਿਜੂਅਲ ਮਿਸਟਰ ਹਰਪ੍ਰੀਤ ਸਿੰਘ ਮੰਨਦੇ ਆ। ਜੇ ਆਖੇ ਕਿ ਮੈਂ ਦੁਨੀਆਦਾਰੀ ਦੇ ਇਹਨਾਂ ਰੂਲਾਂ ਨੂੰ ਨਹੀਂ ਮੰਨਦਾ ਤੇ ਫਿਰ ਦੁਨੀਆਦਾਰੀ ਦੇ ਰੂਲਾਂ ਵਿੱਚ ਹੈ ਕਿ ਤੁਸੀਂ ਦੂਸਰੇ ਦੇਸ਼ ਜਾਣਾ ਤੇ ਪਾਸਪੋਰਟ ਲਓ, ਫਿਰ ਪਾਸਪੋਰਟ ਵੀ ਕਾਹਨੂੰ ਲੈਣਾ ਸੀ ਜੀ। ਜੇ ਲੈ ਲਿਆ ਸੀ ਤੇ ਦੂਸਰੇ ਦੇਸ਼ ਵਿੱਚ ਜਾਣ ਵਾਸਤੇ ਬੇਨਤੀ ਪੱਤਰ ਐਪਲੀਕੇਸ਼ਨ ਕਿਉਂ ਭਰਨਾ ਸੀ ਕਿ ਮੈਨੂੰ ਆ ਜਿਹੜਾ ਵੀਜ਼ਾ ਦਿੱਤਾ ਜਾਵੇ। ਤੇ ਜੇ ਵੀਜ਼ਾ ਲੈ ਲਿਆ ਸੀ ਉਹਦੇ ਉੱਤੇ ਸਪਸ਼ਟ ਰੂਲਸ ਐਂਡ ਰੈਗੂਲੇਸ਼ਨਸ ਲਿਖੇ ਸਨ ਤੇ ਫਿਰ ਉਹਦੀ ਪਾਲਣਾ ਕਰਨੀ ਚਾਹੀਦੀ ਸੀ, ਜਿਹੜੀ ਕੀਤੀ ਨਹੀਂ ਗਈ। ਇਹਦੇ ਨਾਲ ਹੀ ਇੱਕ ਚੀਜ਼ ਹੋਰ ਚੱਲਦੀ ਪਈ ਹੈ, ਬਹੁਤ ਸਾਰੀਆਂ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ। ਯੂਥ ਕਾਂਗਰਸ ਦਾ ਇੱਕ ਵਰਕਰ ਆਪਣੇ ਆਪ ਨੂੰ ਸੀਨੀਅਰ ਅਹੁਦੇਦਾਰ ਕਹਿੰਦਾ, ਵਾਲ ਕੱਟੇ ਹੋਏ ਨੇ, ਦਾੜੀ ਕੱਟੀ ਹੋਈ ਹੈ ਜੀ, ਸਿਰ ਤੇ ਰੁਮਾਲ ਪਾ ਕੇ ਹਰ ਵਕਤ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੀਟਿੰਗਾਂ 'ਚ ਵੀ ਜਾ ਰਿਹਾ। ਇਹਨੂੰ ਬਹੁਤ ਵੱਡਾ ਮੁੱਦਾ ਉੱਥੇ ਬਣਾਇਆ ਜਾ ਰਿਹਾ। ਗਿਆਨੀ ਹਰਪ੍ਰੀਤ ਸਿੰਘ ਨੂੰ ਇਹਨਾਂ ਸਾਰੇ ਵਿਵਾਦਾਂ ਬਾਰੇ ਪਤਾ ਕਿਉਂ ਨਹੀਂ ਸੀ? ਤੇ ਮੈਂ ਕੱਲ ਦਾ ਪਤਾ ਕਰਦਾ ਪਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਇਹ ਵੀ ਨਹੀਂ ਦੱਸਦੇ। ਮੈਨੂੰ ਨਿੱਜੀ ਤੌਰ ਤੇ ਪਤਾ ਲੱਗਾ ਕਿ ਗਿਆਨੀ ਹਰਪ੍ਰੀਤ ਸਿੰਘ ਇਸ ਵੇਲੇ ਵੀ ਇੰਗਲੈਂਡ 'ਚ ਜੀ, ਜੋ ਅਜੇ ਵੀ ਉੱਥੇ ਹੋਵੇ। ਅੱਜ ਜਿਹੜੇ ਕਹਿੰਦੇ ਆ ਕਿ ਸੀਰੀਅਸ ਅਫੈਂਸ, ਗੰਭੀਰ ਜੁਰਮ ਕੀਤਾ, ਜੇ ਕੱਲ ਨੂੰ ਹਵਾਈ ਅੱਡੇ ਤੇ ਰੋਕ ਲੈਣ, ਮੈਂ ਬਿਲਕੁਲ ਨਹੀਂ ਚਾਹੁੰਦਾ ਕਿ ਰੋਕਣ ਜੀ, ਕਿਉਂਕਿ ਜੇ ਰੋਕਿਆ ਜਾਵੇ ਤੇ ਇਹ ਬੇਰੋਬੀ ਜਿਹੜੀ ਜਾਂ ਸਨਮਾਨ ਤੋਂ ਸਖਣੀ ਘਟਨਾ ਇਕੱਲੇ ਗਿਆਨੀ ਹਰਪ੍ਰੀਤ ਸਿੰਘ ਨਾਂ ਦੇ ਇੰਡੀਵਿਜੂਅਲ ਦੀ ਨਹੀਂ, ਅਕਾਲ ਤਖਤ ਸਾਹਿਬ ਦੀ ਸੰਸਥਾ ਦੀ ਹੋਣੀ। ਮੈਂ ਬਿਲਕੁਲ ਨਹੀਂ ਚਾਹੁੰਦਾ ਰੋਕਿਆ ਜਾਵੇ, ਪਰ ਜੇ ਉਹ ਰੂਲਸ ਐਂਡ ਰੈਗੂਲੇਸ਼ਨ ਦੇ ਮੁਤਾਬਕ ਰੋਕ ਲੈਣ, ਬਣੇਗਾ ਕੀ? ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਅਪੁਆਇੰਟ ਕਰਨ ਵਾਲੀ ਜਥੇਬੰਦੀ ਹੈ, ਭਾਵੇਂ ਉਹ ਕਿਸੇ ਮੁਕਤਸਰ ਜ਼ਿਲ੍ਹੇ ਦੇ ਇੱਕ ਪਿੰਡ 'ਚ ਬੈਠੇ ਲੋਕਾਂ ਦੇ ਕਹਿਣ 'ਤੇ ਅਪੁਆਇੰਟ ਕਰਦੀ ਹੈ, ਉਹ ਕੱਲ੍ਹ ਨੂੰ ਸਿੱਖ ਪੰਥ ਨੂੰ ਜਵਾਬ ਕੀ ਦੇਵੇਗੀ? ਇਸ ਗੱਲ ਦਾ ਉੱਥੇ ਰੌਲਾ ਪੈ ਰਿਹਾ, ਇੱਥੋਂ ਦੀਆਂ ਅਖਬਾਰਾਂ 'ਚ ਵੀ ਢੱਕਿਆ ਛੁਪਿਆ ਰੌਲਾ ਪੈ ਰਿਹਾ, ਸਾਈਟਾਂ 'ਤੇ ਪੈ ਰਿਹਾ, ਪਰ ਉੱਥੇ ਆ ਜਿਹੜਾ ਨੋਟਿਸ ਉਹਨਾਂ ਨੇ ਇੱਕ ਇੰਡੀਵਿਜੂਅਲ ਦੇ ਤੌਰ 'ਤੇ ਸੀਰੀਅਸ ਅਫੈਂਸ ਲਿਖ ਕੇ ਇੰਡੀਵਿਜੂਅਲ ਮਿਸਟਰ ਹਰਪ੍ਰੀਤ ਸਿੰਘ ਦੇ ਨਾਂ 'ਤੇ ਜਾਰੀ ਕੀਤਾ। ਇਹ ਨੌਬਤ ਆਈ ਕਿਉਂ? ਆਉਣੀ ਨਹੀਂ ਸੀ ਚਾਹੀਦੀ ਜੀ। ਮਾੜੀ ਗੱਲ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਪੋਜੀਸ਼ਨ ਸਪਸ਼ਟ ਕਰਨੀ ਚਾਹੀਦੀ ਹੈ। ਬਿਲਕੁਲ ਸਹੀ ਗੱਲ ਹੈ ਪੰਨੂ ਸਾਹਿਬ, ਪੋਜੀਸ਼ਨ ਜੋ ਵੀ ਹੈ ਸਪਸ਼ਟ ਕਰਨੀ ਚਾਹੀਦੀ। ਆਪਾਂ ਅਗਲੀ ਖਬਰ ਵੱਲ ਵਧਦੇ ਹਾਂ। ਦਿੱਲੀ ਤੋਂ ਖਬਰ ਹੈ ਨਵਰੀਤ ਸਿੰਘ ਮੁੰਡੇ ਦੀ ਮੌਤ ਹੋਈ ਸੀ।
ਉਸ ਮਾਮਲੇ ਵਿੱਚ ਪਰਿਵਾਰ ਹੁਣ ਇੱਕ ਪਾਸੇ ਹੈ ਤੇ ਉਹਦਾ ਦਾਦਾ ਇੱਕ ਪਾਸੇ ਹੈ। ਇਹ ਮਾਮਲਾ ਪੂਰਾ ਕੀ ਹੈ? ਨਵਰੀਤ ਸਿੰਘ ਆਸਟ੍ਰੇਲੀਆ ਸੀ, ਉੱਥੋਂ ਇੱਥੇ ਭਾਰਤ ਆਇਆ। ਉਹਦਾ ਪਰਿਵਾਰ ਯੂਪੀ 'ਚ ਰਹਿੰਦਾ ਸੀ, ਪਿੱਛੋਂ ਪੰਜਾਬ ਦੇ ਨੇ। 26 ਜਨਵਰੀ ਤੋਂ ਪਹਿਲਾਂ ਉਹ ਦਿੱਲੀ ਚਲਾ ਗਿਆ। ਜਿਹੜਾ 26 ਜਨਵਰੀ ਦਾ ਟਰੈਕਟਰ ਮਾਰਚ ਉਹਦੇ 'ਚ ਉਹ ਸ਼ਾਮਲ ਹੋਇਆ ਸੀ ਜੀ। ਉੱਥੇ ਸਾਰਿਆਂ ਨੇ ਵੇਖਿਆ ਵੀਡੀਓ 'ਚ ਇੱਕ ਨੌਜਵਾਨ ਟਰੈਕਟਰ ਚਲਾ ਕੇ ਭਜਾ ਕੇ ਜਾਂਦਾ। ਦਿੱਲੀ ਦੀ ਪੁਲਿਸ ਕਹਿੰਦੀ ਆ ਕਿ ਉਹ ਤੋਂ ਟਰੈਕਟਰ ਉਲਟ ਗਿਆ ਤੇ ਉਹਦੀ ਮੌਤ ਹੋ ਗਈ। ਲੋਕੀ ਕਹਿੰਦੇ ਪਿੱਛੋਂ ਗੋਲੀ ਮਾਰੀ ਗਈ ਤਾਂ ਮੌਤ ਹੋ ਗਈ। ਸੱਚ ਕੀ ਕਿਸੇ ਨੂੰ ਪਤਾ ਨਹੀਂ। ਮੇਰੀ ਉਦੋਂ ਵੀ ਉਹਦੇ ਪਰਿਵਾਰ ਨਾਲ ਗੱਲ ਹੋਈ ਸੀ। ਉਹ ਕਹਿੰਦੇ ਸੀ ਮੁੰਡਾ ਬਹੁਤ ਜੋਸ਼ੀਲਾ ਸੀ, ਘਰ 'ਚ ਟਰੈਕਟਰ ਹੋਣ ਦੇ ਬਾਵਜੂਦ ਅਸੀਂ ਉਹਨੂੰ ਦਿੱਤਾ ਨਹੀਂ ਸੀ ਕਿ ਉਹ ਜੋਸ਼ ਵਿੱਚ ਆ ਕੇ ਕੁਝ ਕਰ ਨਾ ਲਵੇ ਜੀ। ਉੱਥੇ ਜਦੋਂ ਅਗਲੇ ਪਾਸੇ ਪੁਲਿਸ ਡੰਡਾ ਖੜਕਾਉਣ ਲੱਗੀ, ਟਰੈਕਟਰਾਂ ਵਾਲੇ ਵੀ ਟਰੈਕਟਰ ਛੱਡ ਕੇ ਪਾਸੇ ਹੋ ਗਏ। ਟਰੈਕਟਰ ਸਟਾਰਟ ਸੀ, ਇਹ ਭੱਜ ਕੇ ਜਾ ਕੇ ਜੋਸ਼ ਵਿੱਚ ਬਹਿ ਗਿਆ। ਜੋਸ਼ ਵਾਲਾ ਸੀਗਾ, ਠੀਕ ਹੈ, ਜਾਨ ਦੇ ਗਿਆ। ਕਿਸਾਨਾਂ ਦੇ ਮੋਰਚੇ ਤੇ ਜਾਨ ਉਹਨੇ ਦਿੱਤੀ। ਇਸ ਕਰਕੇ ਸਾਰਿਆਂ ਦੀ ਉਸ ਪਰਿਵਾਰ ਨਾਲ ਹਮਦਰਦੀ ਹੈ, ਉਸ ਮੁੰਡੇ ਵਾਸਤੇ ਸਤਿਕਾਰ ਹੈ, ਨੌਜਵਾਨ ਵਾਸਤੇ। ਅਗਲੇ ਦਿਨ ਤੋਂ ਰੌਲਾ ਪੈ ਗਿਆ ਕਿ ਉਹ ਸਰਦਾਰ ਹਰਦੀਪ ਸਿੰਘ ਡਿਬਡਿਬੇ ਦਾ ਪੋਤਰਾ ਹੈ। ਹਰਦੀਪ ਸਿੰਘ ਡਿਬਡਿਬਾ ਨੂੰ ਅੱਡ-ਅੱਡ ਥਾਵਾਂ ਤੇ ਸੱਦ ਕੇ ਸਨਮਾਨਿਤ ਕਰਨਾ ਸ਼ੁਰੂ ਕਰ ਦਿੱਤਾ ਗਿਆ। ਕੱਲ ਹਰਦੀਪ ਸਿੰਘ ਡਿਬਡਿਬਾ ਦਾ ਪੁੱਤਰ ਤੇ ਨੂੰਹ, ਯਾਨੀ ਉਸ ਨੌਜਵਾਨ ਨਵਰੀਤ ਦੇ ਮਾਂ ਤੇ ਬਾਪ, ਉਹ ਦਿੱਲੀ ਸਿੰਘੂ ਬਾਰਡਰ ਦੀ ਸਟੇਜ ਤੇ ਗਏ ਨੇ। ਉੱਥੇ ਉਹਨਾਂ ਦਾ ਸਨਮਾਨ ਕੀਤਾ ਗਿਆ ਤੇ ਉੱਥੇ ਉਹਨਾਂ ਨੇ ਆਖਿਆ ਅਸੀਂ ਉਹਦੇ ਮਾਂ-ਬਾਪ ਆ, ਮੁੰਡਾ ਸਾਡੇ ਨਾਲ ਸੀ। ਜਿਹੜਾ ਦਾਦਾ ਉਹਦਾ ਹਰਦੀਪ ਸਿੰਘ ਡਿਬਡਿਬਾ ਯਾਨੀ ਸਾਡਾ ਬਾਪ, ਉਹਦਾ ਤੇ ਸਾਡੇ ਨਾਲ ਵਾਸਤਾ ਹੀ ਕੋਈ ਨਹੀਂ। 1994 ਤੋਂ ਲੈ ਕੇ ਪਿਛਲੇ 27 ਸਾਲਾਂ 'ਚ ਸਾਡਾ ਕੋਈ ਵਾਸਤਾ ਨਹੀਂ, ਬਲਕਿ ਇਹ ਹੈ ਕਿ ਇੱਕ ਵਾਰੀ ਉਹਨੇ ਕੇਸ ਕਰਕੇ ਸਾਨੂੰ ਦੋਵਾਂ ਜੀਆਂ ਨੂੰ ਅੰਦਰ ਕਰਾ ਦਿੱਤਾ ਸੀ, ਪੁਲਿਸ ਨੂੰ ਫੜਾ ਦਿੱਤਾ ਸੀ, ਤੇ ਸਾਡੇ ਨਾਲ ਤਾਂ ਉਹਦਾ ਵਾਸਤਾ ਹੀ ਕੋਈ ਨਹੀਂ। ਤੁਹਾਨੂੰ ਸੱਚੀ ਗੱਲ ਉਹ ਦੱਸਦਾ ਨਹੀਂ, ਅੱਡ-ਅੱਡ ਥਾਵਾਂ ਤੇ ਜਾ ਕੇ ਸਨਮਾਨ ਕਰਾਈ ਜਾਂਦਾ, ਤੁਸੀਂ ਕਿਉਂ ਕਰਦੇ ਜੀ? ਇਹ ਬਹੁਤ ਵੱਡਾ ਮੁੱਦਾ ਨਿਕਲਿਆ ਜੀ। ਕਿਉਂ ਹੈ? ਹੁਣ ਹਰਦੀਪ ਸਿੰਘ ਡਿਬਡਿਬਾ ਬਾਰੇ ਬਾਕੀ ਲੋਕ ਜਾਣਦੇ ਹੋਣ ਨਾ ਜਾਣਦੇ ਹੋਣ, ਮੈਂ ਕੁਝ ਜਾਣਦਾ। ਉਹ ਕਿਸੇ ਵਕਤ ਅਕਾਲ ਤਖਤ ਸਾਹਿਬ ਦੇ ਇੱਕ ਜਥੇਦਾਰ ਸਾਹਿਬ ਸਿੰਘ ਸਾਹਿਬ ਦੇ ਨਾਲ ਬਹੁਤ ਨੇੜਲੇ ਸਾਥੀਆਂ 'ਚ ਹੁੰਦਾ ਸੀ। ਉਹ ਸਿੰਘ ਸਾਹਿਬ ਦੇ ਨਾਲ ਰਹਿੰਦਿਆਂ ਇਹ ਸਭ ਕੁਝ ਵੇਖਦਾ ਰਿਹਾ ਤੇ ਬਾਅਦ ਵਿੱਚ ਇਹਨੇ ਇੱਕ ਕਿਤਾਬ ਲਿਖ ਦਿੱਤੀ। ਉਸ ਕਿਤਾਬ ਦੇ ਵਿੱਚ ਅੱਧੇ ਤੋਂ ਵੱਧ ਹਿੱਸਾ ਉਸੇ ਸਿੰਘ ਸਾਹਿਬ ਦੇ ਖਿਲਾਫ ਲਿਖਿਆ ਜਿਹਦੀ ਸੇਵਾ 'ਚ ਰਿਹਾ ਸੀ। ਹੁਣ ਇਹ ਗੱਲਾਂ ਬਹੁਤੇ ਲੋਕਾਂ ਨੂੰ ਪਤਾ ਨਹੀਂ ਕੀ ਕੁਛ ਹੈ। ਜੇ ਇਹ ਸਾਰੀਆਂ ਗੱਲਾਂ ਸੱਚੀਆਂ ਨੇ, ਆਹ ਗੱਲ ਤੇ ਮੈਨੂੰ ਵੀ ਪਤਾ ਕਿਹਨੇ ਕਿਤਾਬ ਲਿਖੀ ਸੀ। ਆਹ ਗੱਲ ਹੁਣ ਸਾਹਮਣੇ ਆਉਣ ਡਈ ਹੈ ਕਿ ਉਹਦਾ ਪੁੱਤਰ ਤੇ ਨੂੰਹ ਕਹਿੰਦੇ ਆ ਕਿ ਸਾਨੂੰ ਇਹਨੇ ਅੰਦਰ ਕਰਾ ਦਿੱਤਾ ਸੀ ਤੇ ਇਹਦਾ ਪੋਤਰੇ ਨਾਲ ਵੀ ਕੋਈ ਵਾਸਤਾ ਨਹੀਂ, ਸਾਡੇ ਨਾਲ ਵੀ ਨਹੀਂ। ਫਿਰ ਹਰਦੀਪ ਸਿੰਘ ਡਿਬਡਿਬੇ ਨੂੰ ਦੱਸਣਾ ਚਾਹੀਦਾ ਕਿ ਸਾਰੇ ਲੋਕਾਂ ਨੂੰ ਗੁੰਮਰਾਹ ਕਰਕੇ ਅੱਡ-ਅੱਡ ਥਾਵਾਂ ਤੇ ਉਹ ਕਿਉਂ ਜਾਂਦਾ ਰਿਹਾ। ਮੈਂ ਨਹੀਂ ਕਹਿੰਦਾ ਉਹਨੇ ਕੋਈ ਗੁਨਾਹ ਕੀਤਾ, ਲੋਕਾਂ ਸੱਦ ਲਿਆ ਉਹ ਚਲਾ ਗਿਆ, ਪਰ ਉਹਨੂੰ ਪੋਜੀਸ਼ਨ ਸਪਸ਼ਟ ਕਰਨੀ ਚਾਹੀਦੀ, ਦੱਸਣਾ ਚਾਹੀਦਾ ਕਿ ਮੈਂ ਇਹ ਗੱਲ ਲੋਕਾਂ 'ਚ ਕਲੀਅਰ ਕਿਉਂ ਨਾ ਕੀਤੀ ਕਿ ਪੋਤੇ ਨਾਲ ਵੀ ਤੇ ਪੋਤੇ ਦੇ ਮਾਂ-ਬਾਪ ਨਾਲ ਵੀ ਮੇਰਾ ਕੋਈ ਸੰਬੰਧ ਨਹੀਂ, ਆਪਸ ਵਿੱਚ ਤਾਲਮੇਲ ਨਹੀਂ, ਮੈਂ ਤੇ ਇਹਦੇ ਮਾਂ-ਪਿਓ ਨੂੰ ਅੰਦਰ ਕਰਾਇਆ ਸੀ। ਇਹਨੂੰ ਦੱਸਣਾ ਚਾਹੀਦਾ ਜੀ। ਆਹ ਗੱਲ ਕੱਲ ਹੁਣ ਸਿੰਘੂ ਬਾਰਡਰ ਤੋਂ ਜਿਹੜੀ ਸਾਹਮਣੇ ਆਈ ਹੈ, ਇਹਦੇ ਨਾਲ ਬੜਾ ਕੁਝ ਭੰਬਲ ਭੂਸਾ ਪੈਦਾ ਹੁੰਦਾ। ਉਹ ਜਿਹੜੇ ਭੁਲੇਖੇ ਪੈਦਾ ਹੁੰਦੇ ਆ, ਇਹ ਦੂਰ ਕਰਨ ਲਈ ਬਿਹਤਰ ਆ ਕਿ ਹੁਣ ਹਰਦੀਪ ਸਿੰਘ ਡਿਬਡਿਬਾ ਸਾਹਮਣੇ ਆਵੇ। ਜੋ ਕੁਝ ਨਵਰੀਤ ਦੇ ਮਾਂ-ਬਾਪ ਨੇ ਆਖਿਆ, ਲੋਕਾਂ ਦੀਆਂ ਹਮਦਰਦੀਆਂ, ਜਿਨ੍ਹਾਂ ਦਾ ਪੁੱਤ ਮਰਿਆ, ਜਾਨ ਦੇ ਗਿਆ ਕਿਸਾਨਾਂ ਦੇ ਮੋਰਚੇ ਤੇ, ਲੋਕਾਂ ਦੀਆਂ ਹਮਦਰਦੀਆਂ ਉਹਨਾਂ ਨਾਲ ਹੈ। ਆਹ ਖਬਰ ਅੱਜ ਜਿਸ ਤਰ੍ਹਾਂ ਅਖਬਾਰਾਂ 'ਚ ਆਈ ਹੈ, ਇਹ ਤੋਂ ਬਾਅਦ ਹਰਦੀਪ ਸਿੰਘ ਡਿਬਡਿਬੇ ਨੂੰ ਬੋਲਣਾ ਚਾਹੀਦਾ। ਪਰ ਸਭ ਬਹੁਤ ਸਾਰੇ ਭੁਲੇਖੇ ਰਾਜਨੀਤਿਕ ਆਗੂਆਂ ਨੂੰ ਹੋ ਸਕਦਾ ਇਸ ਵਾਰ ਚੋਣਾਂ 'ਚ ਲੋਕ ਦੂਰ ਕਰ ਦੇਣ। 2022 ਦੀਆਂ ਚੋਣਾਂ ਆ ਰਹੀਆਂ ਯੂਪੀ ਵਿੱਚ। ਯੋਗੀ ਆਦਿੱਤਿਆਨਾਥ ਪਾਰਟੀ ਪੂਰੀ ਨੇ ਪ੍ਰਚਾਰ ਸ਼ੁਰੂ ਕਰ ਦਿੱਤਾ ਤੇ ਦੂਸਰੇ ਪਾਸੇ ਅੱਬਾ ਜਾਨ ਇੱਕ ਸ਼ਬਦ ਬੜਾ ਚਰਚਾ ਵਿੱਚ ਆ ਗਿਆ। ਕਿਸਾਨ ਆਗੂਆਂ ਦਾ ਵੀ ਇੱਕ ਬਿਆਨ ਹੈ ਇਸ ਮਾਮਲੇ ਤੇ, ਕੀ ਹੈ ਪੂਰਾ ਮਾਮਲਾ? ਦੇਖੋ, ਜਿਹੜਾ ਯੋਗੀ ਆਦਿੱਤਿਆਨਾਥ ਆ, ਉਹ ਵੀ ਨਰਿੰਦਰ ਮੋਦੀ ਵੀ, ਦੋਵੇਂ ਜਾਣਬੁੱਝ ਕੇ ਹਿੰਦੂ ਮੁਸਲਿਮ ਦਾ ਮੁੱਦਾ ਖੜਾ ਕਰਦੇ ਜੀ। ਉਹਨੇ ਇੱਕ ਗੱਲ ਕਹਿਤੀ, ਕਹਿੰਦਾ ਪਿਛਲੇ ਸਮੇਂ 'ਚ ਜਿਹੜਾ ਗਰੀਬਾਂ ਵਾਸਤੇ ਪੈਸਾ ਸੀ, ਉਹ ਜਿਹੜੇ ਅੱਬਾ ਜਾਨ ਕਹਿੰਦੇ ਉਹ ਸਾਰਾ ਪੈਸਾ ਖਾ ਜਾਂਦੇ ਰਹੇ। ਅੱਬਾ ਜਾਨ ਕੌਣ ਕਹਿੰਦਾ? ਹਿੰਦੂ ਤੇ ਸਿੱਖ ਤਾਂ ਜਾਂ ਪਿਤਾ ਜੀ ਕਹਿੰਦੇ, ਜਾਂ ਪਾਪਾ ਜੀ ਕਹਿੰਦੇ, ਜਾਂ ਬਾਪੂ ਕਹਿੰਦੇ, ਕਿਤੇ ਭਾਈਆ ਵੀ ਕਹਿ ਲੈਂਦੇ ਆ। ਅੱਬਾ ਜਾਨ ਕੌਣ ਕਹਿੰਦਾ? ਮੁਸਲਮਾਨ ਕਹਿੰਦੇ। ਸਿੱਧੇ ਤੌਰ ਤੇ ਉਹਨੇ ਮੁਸਲਮਾਨਾਂ ਤੇ ਅਟੈਕ ਕੀਤਾ ਸੀ। ਉਹਦੇ ਜਵਾਬ ਵਿੱਚ ਕੱਲ ਫਿਰ ਰਕੇਸ਼ ਟਕੈਤ ਬੋਲਿਆ, ਕਿਸਾਨਾਂ ਦਾ ਲੀਡਰ। ਉਹਨੇ ਕਿਹਾ ਅੱਬਾ ਜਾਨ ਦਾ ਚੇਤਾ ਆ ਗਿਆ, ਜਿਹੜੇ ਤੁਹਾਨੂੰ ਚੱਚਾ ਜਾਨ ਕਹਿਣ ਵਾਲੇ ਆ ਨਾ, ਜਿਨ੍ਹਾਂ ਨੂੰ ਤੁਸੀਂ ਚਾਚਾ ਜਾਨ ਕਹਿੰਦੇ ਆ, ਉਹ ਵੀ ਤੁਹਾਡੇ ਵਿੱਚ ਤੁਰੇ ਫਿਰਦੇ ਆ। ਹਰ ਵਾਰੀ ਉਹਨੇ ਅਸਦੁਦੀਨ ਓਵੈਸੀ ਤੇ ਅਟੈਕ ਕੀਤਾ ਜੀ
ਕਿ ਜਿੱਥੇ ਵੀ ਕਿਤੇ ਚੋਣ ਹੋਣੀ ਹੁੰਦੀ ਆ, ਬਿਹਾਰ ਵਿੱਚ ਹੋਵੇ, ਪੱਛਮੀ ਬੰਗਾਲ 'ਚ ਹੋਵੇ, ਯੂਪੀ 'ਚ ਹੋਵੇ, ਹਰ ਵਾਰੀ ਆ ਕੇ ਉਹ ਲੱਤ ਗੱਡਦਾ ਤੇ ਉਹਨਾਂ ਸੀਟਾਂ ਤੇ ਗੱਡਦਾ ਜਿੱਥੇ ਜਿੱਥੇ ਮੁਸਲਿਮ ਵੋਟ ਆ, ਉਸ ਵੋਟ ਨੂੰ ਤੋੜਨ ਵਾਸਤੇ, ਤਾਂ ਕਿ ਦੂਜੀਆਂ ਸੈਕੂਲਰ ਪਾਰਟੀਆਂ ਜਿਹੜੀਆਂ ਨੇ ਜਾਂ ਸੈਕੂਲਰ ਵਰਗੀਆਂ ਨੇ, ਉਹਨਾਂ ਦੀਆਂ ਵੋਟਾਂ ਘਟਾਈਆਂ ਜਾ ਸਕਣ ਤੇ ਭਾਜਪਾ ਦਾ ਸਾਹ ਸੌਖਾ ਕੀਤਾ ਜਾਵੇ। ਉੱਦਾਂ ਉਹਦੀ ਆਲ ਇੰਡੀਆ ਇਤਿਹਾਦੁਲ ਮੁਸਲਮੀਨ ਜਿਹੜੀ ਜਥੇਬੰਦੀ ਆ, ਮਜਲਿਸ-ਏ ਇਤਿਹਾਦੁਲ ਮੁਸਲਮਾਨ, ਉਹ ਤਾਂ ਰਹਿ ਗਈ ਹੈਦਰਾਬਾਦ ਤੱਕ ਸੀਮਤ, ਸਿਕੰਦਰਾਬਾਦ ਤੱਕ ਸੀਮਤ। ਇੱਥੇ ਆ ਕੇ ਸਾਰੀਆਂ ਥਾਵਾਂ ਤੇ ਕਰਦਾ। ਬਿਹਾਰ ਵਿੱਚ ਉਹਨੇ ਚੋਣਾਂ 'ਚ ਜਾ ਕੇ ਲੱਤ ਗੱਡੀ। ਜਿਹੜਾ ਭਾਜਪਾ ਫਰੰਟ ਸੀ, ਇਹਦੇ ਵਿਰੋਧ ਵਿੱਚ ਜਿਹੜੀਆਂ ਵੋਟਾਂ ਭੁਗਤਣੀਆਂ ਸੀ, ਉਹਨਾਂ 'ਚੋਂ 1.25%, 1.24% ਵੋਟਾਂ ਇਹ ਲੈ ਗਿਆ ਨੇ ਖਰਾਬ ਕੀਤੀਆਂ। 5-6 ਲੱਖ ਵੋਟ ਖਰਾਬ ਕੀਤੀ। ਜੇ ਖਰਾਬ ਨਾ ਕਰਦਾ 5-7 ਸੀਟਾਂ ਦਾ ਫਰਕ ਪੈ ਸਕਦਾ ਸੀ। ਫਿਰ ਇਹਨੇ ਬੰਗਾਲ 'ਚ ਜਾ ਕੇ ਲੱਤ ਗੱਡੀ। 1% ਵੋਟਾਂ ਵੀ ਇਹਨੂੰ ਨਹੀਂ ਪਈਆਂ, 0.94% ਪਈਆਂ ਨੇ, 0.93%। ਪਰ ਇਹਦੇ ਬਾਵਜੂਦ ਇਹਨੇ ਉੱਥੇ ਜਾ ਕੇ ਇਸ ਕਿਸਮ ਦਾ ਮਾਹੌਲ ਬਣਾ ਦਿੱਤਾ ਕਿ ਜਿਹੜੀਆਂ ਧਿਰਾਂ ਭਾਜਪਾ ਦੇ ਤੇ ਉਹਦੇ ਭਾਈਵਾਲਾਂ ਦੇ ਖਿਲਾਫ ਇਕੱਠੀਆਂ ਹੋਣੀਆਂ ਸੀ ਬਿਹਾਰ 'ਚ, ਪੱਛਮੀ ਬੰਗਾਲ 'ਚ ਇਕੱਲੀ ਭਾਜਪਾ ਦੇ ਖਿਲਾਫ ਜਿਹੜੀ ਕਤਾਰਬੰਦੀ ਹੋਣੀ ਸੀ, ਉਸ ਕਤਾਰਬੰਦੀ ਨੂੰ ਸੰਨ ਲਾ ਦਿੱਤੀ। ਇਹਨੇ ਉਹ ਵੋਟਾਂ ਜਿਹੜੀਆਂ ਪੈਣ ਨਹੀਂ ਦਿੱਤੀਆਂ। ਅੱਜ ਹੁਣ ਅਸਦੁੱਦੀਨ ਵੈਸੀ ਵੀ ਰਕੇਸ਼ ਟਕੈਤ ਦੇ ਖਿਲਾਫ ਬਹੁਤ ਭੜਕਿਆ ਪਿਆ ਜੀ, ਪਰ ਰਕੇਸ਼ ਟਕੈਤ ਕਹਿੰਦਾ ਜੀ ਸਾਡਾ ਮੋਰਚਾ ਹਿੰਦੂਆਂ, ਸਿੱਖਾਂ, ਮੁਸਲਮਾਨਾਂ, ਈਸਾਈਆਂ ਸਾਰਿਆਂ ਦਾ ਸਾਂਝਾ। ਇਹੀ ਕਾਰਨ ਹੈ ਕਿ ਕੁਝ ਦਿਨ ਅਸੀਂ ਸਾਂਝੇ ਨਾਅਰੇ ਲਾਏ ਸੀ, ਜਿਨ੍ਹਾਂ ਵਿੱਚ ਹਰ ਹਰ ਮਹਾਦੇਵ ਵੀ ਆਖਿਆ ਸੀ, ਅੱਲਾਹੂ ਅਕਬਰ ਵੀ ਆਖਿਆ ਸੀ। ਉਹ ਕਹਿੰਦੇ ਕਿਸਾਨਾਂ ਨੇ ਜੇ ਆਪਣੇ ਹੱਕ ਮਨਾਉਣੇ ਆ, ਜੇ ਇੰਨਾ ਲੰਮਾ ਮੋਰਚਾ ਲਾ ਕੇ ਤੇ ਉਸ ਤੋਂ ਬਾਅਦ ਜਿੱਤ ਕੇ ਆਉਣਾ, ਤੇ ਉਹਦਾ ਇੱਕੋ ਤਰੀਕਾ ਕਿ ਧਰਮਾਂ ਦੇ ਮਤਭੇਦਾਂ ਤੋਂ ਉੱਪਰ ਉੱਠ ਕੇ ਕਿਸਾਨ ਭਾਈ ਬਣ ਕੇ ਲੜਨ। ਜੇ ਅੱਬਾ ਜਾਨ ਚੱਚਾ ਜਾਨ ਦੇ ਚੱਕਰ ਵਿੱਚ ਪੈ ਗਏ ਤੇ ਅਸੀਂ ਮਾਰ ਖਾਵਾਂਗੇ। ਗੱਲ ਰਕੇਸ਼ ਟਕੈਤ ਦੀ ਠੀਕ। ਪਰ ਤੁਹਾਨੂੰ ਸਭ ਪਤਾ ਨਹੀਂ ਨਾ ਇਹਨਾਂ ਨੂੰ ਉੱਪਰ ਉੱਠਣਾ ਜਾਂ ਨਹੀਂ, ਕਿਉਂਕਿ ਧਰਮ ਜਾਂ ਫਿਰ ਜਾਤ ਦੋ ਹੀ ਤਾਂ ਤਰੀਕੇ ਆ ਰਾਜਨੀਤੀ ਦੇ। ਪਰ ਤੁਸੀਂ ਖਬਰਾਂ 'ਚ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਣਾ। ਪ੍ਰਾਈਮ ਏਸ਼ੀਆ ਟੀਵੀ ਦੇ ਸਾਰੇ ਪਰਿਵਾਰ ਨੂੰ, ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਧੰਨਵਾਦ ਕਰਦੇ ਹਾਂ। ਕੱਲ ਫਿਰ ਮਿਲਦੇ ਹਾਂ ਨਵੇਂ ਪ੍ਰੋਗਰਾਮ ਦੇ ਨਾਲ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡਾ ਦੀ।